ਇਮਤਿਹਾਨ ਸ਼ੁਰੂ ਹੋ ਗਿਆ। ਰੂਪ ਦੇ ਮਨ ਚੋਂ ਸਾਰੇ ਵਹਿਮ ਲੈ ਚੁੱਕੇ ਸਨ। ਇਹਨਾਂ ਦਿਨਾਂ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੀ ਜਿਹੜੀ ਦਿਲ ਦਿਮਾਗ ਨੂੰ ਉਖੇੜ ਜਾਂਦੀ। ਹਰ ਪਰਚੇ ਦੀ ਤਿਆਰੀ ਕਰਾਉਣ ਲਈ ਪ੍ਰਿੰਸੀਪਲ ਅਤੇ ਸਚਦੇਵ ਨੇ ਖਾਸ ਜ਼ੋਰ ਲਾਇਆ। ਪ੍ਰਿੰਸੀਪਲ ਆਪਣੇ ਕਾਲਜ ਦਾ ਨਾਂ ਦੇਖਣਾ ਚਾਹੁੰਦਾ ਸੀ, ਕਿਉਂਕਿ ਕਾਲਜ ਉਸ ਦੀ ਉਪਜੀਵਿਕਾ ਦਾ ਇੱਕੋ ਇੱਕ ਸਾਧਨ ਸੀ। ਸਚਦੇਵ ਸਾਹਮਣੇ ਵੱਡਾ ਨਿਸ਼ਾਨਾ ਸੀ। ਉਹ ਆਪਣੇ ਸ਼ਾਗਿਰਦਾਂ ਤੋਂ ਨਵਾਂ ਸਮਾਜ ਸਿਰਜਣ ਲਈ ਲੋਕ ਸੇਵਾ ਦੀ ਮੰਗ ਰੱਖਦਾ ਸੀ। ਆਪੂ ਲੋਕ ਸੇਵਾ ਦੇਣ ਨਾਲ ਹੀ ਉਹ ਦੂਜਿਆਂ ਤੋਂ ਇਹ ਮੰਗ ਕਰ ਸਕਦਾ ਸੀ। ਕਿਸੇ ਬੰਦੇ ਨੂੰ ਉਸਦੇ ਪੈਰਾਂ ਸਿਰ ਖੜਾ ਕਰਕੇ ਉਸ ਨੂੰ ਰੂਹਾਨੀ ਖੁਸ਼ੀ ਹੁੰਦੀ ਸੀ। ਸਚਦੇਵ ਨੂੰ ਆਪਣੇ ਆਪ ਤੇ ਇੰਨਾ ਭਰੋਸਾ ਸੀ ਕਿ ਜਿਸ ਸਟੂਡੈਂਟ ਨੂੰ ਮੈਂ ਪੜ੍ਹਾਵਾਂ ਉਹ ਫੇਲ ਨਹੀਂ ਹੋ ਸਕਦਾ। ਰੂਪ ਨੇ ਆਪਣੀ ਬੇਜੀ ਪਿੱਛੋਂ ਮਾਸਟਰ ਸਚਦੇਵ ਦਾ ਵਿਅਕਤੀਗਤ ਪ੍ਰਭਾਵ ਕਬੂਲਿਆ ਸੀ, ਕਿਉਂਕਿ ਉਹ ਨਿੱਜੀ ਗਰਜਾਂ ਛੱਡ ਕੇ ਸਮਾਜ ਸੇਵਾ ਨੂੰ ਤਰਜੀਹ ਦਿੰਦਾ ਸੀ। ਗਰੀਬੀ ਦੀ ਹਾਲਤ ਵਿੱਚ ਹੀ ਉਹ ਪੈਰ ਜਮਾਈ ਸਮਾਜੀ ਬੁਰਾਈਆਂ ਨਾਲ ਲੜਦਾ ਆਇਆ ਸੀ। ਜਥੇਬੰਦੀਆਂ, ਸਟ੍ਰਾਈਕਾਂ, ਜੇਲ੍ਹਾਂ ਤੇ ਭੁੱਖ ਹੜਤਾਲਾਂ ਵਿੱਚ ਦੀ ਲੰਘਦਿਆਂ ਉਹ ਇੱਕ ਪਲ ਵੀ ਨਹੀਂ ਛਿੜਕਿਆ ਸੀ। ਇਮਤਿਹਾਨ ਦੇਣ ਪਿੱਛੋਂ ਰੂਪ ਦਾ ਜੀ ਕਰਦਾ ਸੀ ਉਹ ਸਮਾਜੀ ਸਾਇੰਸ ਦੇ ਬੁਨਿਆਦੀ ਉਸੂਲ ਸਚਦੇਵ ਕੋਲੋਂ ਸਮਝ ਲਵੇ, ਪਰ ਜਿਉਂ-ਜਿਉਂ ਪ੍ਰੀਖਾ ਖਤਮ ਹੋ ਰਹੀ ਸੀ ਉਸਦੇ ਦਿਲ ਵਿੱਚ ਗੁਰਮੀਤ ਤੇ ਸਮੀਰ ਨੂੰ ਮਿਲਣ ਲਈ ਲੂਰੀਆਂ ਉੱਠ ਰਹੀਆਂ ਸਨ। ਸਮਾਨ ਬਹੁਤਾ ਹੋਣ ਕਰਕੇ ਉਸ ਬੇਜੀ ਨੂੰ ਖਤ ਲਿਖ ਦਿੱਤਾ ਸੀ ਕਿ ਅਮਕੀ ਤਰੀਕ ਆ ਕੇ ਲੈ ਜਾਵੇ। ਪਰ ਮਿੱਥੀ ਤਰੀਕ ਹਰਨੇਕ ਨੇ ਟਰੱਕ ਬਾਰ ਅੱਗੇ ਲਿਆ ਖੜਾ ਕੀਤਾ। ਰੂਪ ਨੂੰ ਹਰਨੇਕ ਦੇ ਆਉਣ ਦੀ ਕੋਈ ਝਾਕ ਨਹੀਂ ਸੀ। ਬੱਚਿਆਂ ਨੂੰ ਮਿਲਣ ਤੇ ਉਤਸ਼ਾਹ ਕਰਨ ਉਹ ਹਰਨੇਕ ਨੂੰ ਦੇਖ ਕੇ ਖੁਸ਼ ਹੋਣਾ ਨਾ ਰਹਿ ਸਕੀ। ਉਹ ਪ੍ਰਸੰਨ ਹੋਈ ਸਰਲਾ ਨੂੰ ਕਹਿ ਰਹੀ ਸੀ, ਸੁਰੋ ਤੂੰ ਚਾਹ ਤਿਆਰ ਕਰ, ਮੈਂ ਮਾਸਟਰ ਤੇ ਪ੍ਰਿੰਸੀਪਲ ਨੂੰ ਬੁਲਾ ਲਿਆਵਾਂ, ਜਾਂਦੀ ਵਾਰ ਦੀ ਇਕੱਠੇ ਚਾਹ ਪੀ ਲਈਏ। ਮੈਂ ਬੀਬੀ ਕੋਲੋਂ ਮਠਿਆਈ ਨਾ ਲਿਆਵਾਂ? ਹਰਨੇਕ ਨੇ ਚਾਹ ਸਾਂਝਾ ਕਰਦਿਆਂ ਕਿਹਾ। ਕਦੇ ਕਦੇ ਤੂੰ ਕੰਮ ਦੀ ਗੱਲ ਕਰਦਾ ਏ। ਰੂਪ ਨੇਕ ਉੱਤੇ ਲੋੜ ਤੋਂ ਵੱਧ ਮਿਹਰਬਾਨ ਸੀ। ਹਰਨੇਕ ਹੇਠਾਂ ਉਤਰ ਗਿਆ। ਸਰਲਾ ਨੇ ਹੌਂਕਾ ਭਰ ਕੇ ਆਖਿਆ, ਰੂਪੋ ਹੁਣ ਆਪਾਂ ਵਿਛੜ ਜਾਵਾਂਗੀਆਂ, ਸਹੁੰ ਮਾਤਾ ਦੀ ਜੀ ਖੁਸਦਾ ਏ। ਰੂਪ ਨੇ ਪਿਆਰ ਨਾਲ ਗੱਲ ਥਾਪੜਦਿਆਂ ਘੁੱਟ ਕੇ ਜੱਫੀ ਪਾ ਲਈ। ਸਰਲਾ, ਮੈਨੂੰ ਇਉਂ ਜਾਪਦਾ ਏ ਇਹ 3-4 ਮਹੀਨੇ ਮੇਰੀ ਯਾਦ ਦਾ ਸੁਨਹਿਰੀ ਹਿੱਸਾ ਰਹਿਣਗੇ। ਆਪਣੇ ਮਾਸਟਰਾਂ ਤੇ ਸਾਥੀਆਂ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਾਂਗੀ। ਤੇ ਸੁਰੋ, ਤੈਨੂੰ ਤਾਂ ਮੈਂ ਸਕੀਆਂ ਭੈਣਾਂ ਨਾਲੋਂ ਵੀ ਵੱਧ ਪਿਆਰ ਕੀਤਾ ਹੈ। ਅੱਛਾ ਤੂੰ ਚਾਹ ਬਣਾ। ਇੰਨੀ ਆਖੋ ਪੌੜੀਆਂ ਉਤਰ ਗਈ। ਸਰਲਾ ਨੇ ਹਾਲੇ ਮਸਾਂ ਸਟੋਵ ਹੀ ਬਾਲਿਆ ਸੀ ਜਦ ਨੂੰ ਹਰਨੇਕ ਮਿਠਾਈ ਵਾਲਾ ਲਿਫਾਫਾ ਲੈ ਕੇ ਆ ਗਿਆ। ਹਰਨੇਕ ਇਹ ਕਾਹਲੀ ਜਾਣ ਕੇ ਕੀਤੀ ਸੀ ਤਾਂ ਕਿ ਰੂਪ ਦੀ ਅਣਹੋਂਦ ਵਿੱਚ ਸਰਲਾ ਨਾਲ ਦਿਲ ਦੀਆਂ ਗੱਲਾਂ ਕਰ ਸਕੇ। ਇਸ ਗੱਲ ਦਾ ਹਰਨੇਕ ਨੂੰ ਯਕੀਨ ਹੋ ਗਿਆ ਸੀ ਕਿ ਸਰਲਾ ਨੇ ਰੂਪ ਨੂੰ ਕੁਝ ਨਹੀਂ ਦੱਸਿਆ ਤੇ ਅੰਦਰੋਂ ਪਿਆਰ ਜ਼ਰੂਰ ਕਰਦੀ ਹੈ। ਇਸ ਵੇਲੇ ਹਰਨੇਕ ਦਾ ਦਿਲ ਦੁੱਧ ਮਠਿਆਈ ਹੋਇਆ ਪਿਆ ਸੀ। ਸਰਲਾ ਨੂੰ ਵੀ ਖੁੜਕ ਚੁੱਕੀ ਸੀ। ਹਰਨੇਕ ਜ਼ਰੂਰ ਕੋਈ ਗੱਲ ਤੋਰੇਗਾ, ਇਸ ਲਈ ਉਸਦਾ ਖਿਆਲ ਉਖੜਿਆ ਧੜਕ ਰਿਹਾ ਸੀ। ਨੇਕ ਨੇ ਸਰਲਾ ਨੂੰ ਵੇਖਣ ਲਈ ਪੂਰੀਆਂ ਅੱਖਾਂ ਖੋਲ ਲਈਆਂ। ਸਰਲਾ, ਜੇ ਮੈਂ ਕਦੇ ਤੈਨੂੰ ਕੋਈ ਦੁਖੀ ਕਰਨ ਵਾਲੀ ਗੱਲ ਕਹਿ ਦਿੱਤੀ ਹੋਵੇ ਤਾਂ ਮੈਨੂੰ ਮਾਫ ਕਰੀਂ। ਹਰਨੇਕ ਨੇ ਇਹ ਗੱਲ ਇਸ ਤਰ੍ਹਾਂ ਆਖੀ ਜਿਵੇਂ ਕਿਸੇ ਫਿਲਮ ਦਾ ਹੀਰੋ ਹੁੰਦਾ ਹੈ। ਜਜ਼ਬਾਤ ਘੁੱਟੀ ਬੈਠੀ ਵਿਚਾਰੀ ਕੁੜੀ ਤੋਂ ਕੁਝ ਵੀ ਨਾ ਆਖਿਆ ਗਿਆ, ਪਰ ਉਹ ਹਰਨੇਕ ਦੇ ਬੋਲ ਨਾਲ ਪਸੀਜ ਜ਼ਰੂਰ ਗਈ। ਸਰਲਾ ਨੇ ਬੁੱਲ ਖੋਲਦਿਆਂ ਨੇਕ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਕਹਿ ਰਹੀ ਹੋਵੇ, ਤੂੰ ਮੈਨੂੰ ਕੁਝ ਵੀ ਨਹੀਂ ਆਖਿਆ। ਮੈਂ ਉਸ ਦਿਨ ਦਾ ਤੇਰੀ ਯਾਦ 'ਚ ਪਾਗਲ ਰਿਹਾ ਹਾਂ, ਮੈਨੂੰ ਕੁਝ ਨਹੀਂ ਸੁਝਦਾ, ਕੀ ਕਰਾਂ। ਨੇਕ ਨੇ ਜਜ਼ਬਾਤ ਭਾਵੇਂ ਛਲਕੇ ਹੋਏ ਸਨ ਪਰ ਚੁਸਤੀ ਨਾਲ ਉਸਦੀ ਅਗਵਾਈ ਕਰ ਰਹੀ ਸੀ। ਸਰਲਾ ਨੇ ਫਿਰ ਕੋਈ ਜਵਾਬ ਨਾ ਦਿੱਤਾ। ਮੈਂ ਤੈਨੂੰ ਖਤ ਲਿਖਾਂ? ਨਾ ਨੇਕ, ਉਹ ਇੱਕਦਮ ਘਬਰਾ ਗਈ। ਜੇ ਤੂੰ ਇਸ ਤਰ੍ਹਾਂ ਦੀ ਕੋਈ ਹਰਕਤ ਕੀਤੀ ਮੈਂ ਰੂਪ ਨੂੰ ਦੱਸ ਦੇਵਾਂਗੀ, ਪਰ ਮੈਂ ਆਪਣੇ ਦਿਲ ਨੂੰ ਕੀ ਕਰਾਂ। ਤੂੰ ਬੜਾ ਪਾਗਲ ਮੁੰਡਾ ਏ। ਸਰਲਾ ਤੋਂ ਸੁਭਾਅ ਕੀ ਕਹਿ ਹੋ ਗਿਆ। ਹਰਨੇਕ ਨੇ ਗੱਲ ਸੁਣਦਿਆਂ ਹੀ ਜੇਰਾ ਕਰਕੇ ਸਰਲਾ ਦੇ ਦੋਵੇਂ ਹੱਥ ਫੜ ਲਏ। ਸਰਲਾ ਨੂੰ ਕੰਬਣੀ ਨਾਲ ਇੱਕ ਪਲ ਆਪਾ ਵੀ ਭੁੱਲ ਗਿਆ। ਫਿਰ ਉਸ ਆਪਣੇ ਹੱਥ ਖਿੱਚ ਲਏ। ਨਿੱਕੂ ਨਾ, ਬਸ ਠੀਕ ਹੈ। ਥਰਾਂਦੇ ਬੁੱਲਾਂ ਚੋਂ ਉਸ ਹੋਰ ਕੁਝ ਵੀ ਨਾ ਆਖ ਸਕੀ। ਸਟੋਵ ਵਿੱਚ ਫੂਕ ਥੋੜੀ ਹੋ ਗਈ ਸੀ। ਸਰਲਾ ਨੇ ਬਹਿ ਕੇ ਪੰਪ ਮਾਰਨੇ ਸ਼ੁਰੂ ਕਰ ਦਿੱਤੇ। 1-2 ਮਿੰਟ ਦੀ ਚੁੱਪ ਪਿੱਛੋਂ ਉਹਨਾਂ ਪੌੜੀਆਂ ਚੋਂ ਖੜਾਕ ਸੁਣਿਆ। ਰੂਪ, ਪ੍ਰਿੰਸੀਪਲ ਅਤੇ ਸਚਦੇਵ ਆ ਗਏ ਸਨ। ਰੂਪ ਨੇ ਆਉਂਦਿਆਂ ਹੀ ਪੁੱਛਿਆ, ਕਿਉਂ ਸਰਲਾ, ਚਾਹ ਤਿਆਰ ਹੋ ਗਈ? ਬਸ ਤਿਆਰ ਹੀ ਸਮਝੋ ਭੈਣ ਜੀ, ਦੁੱਧ ਨੂੰ ਉਬਾਲਾ ਆਉਣ ਵਾਲਾ ਹੈ। ਚੁਬਾਰੇ ਵਿੱਚ ਵਾਹਵਾ ਰੌਣਕ ਹੋ ਗਈ ਸੀ। ਰੂਪ ਨੇ ਪ੍ਰਿੰਸੀਪਲ ਨੂੰ ਆਖਿਆ, ਪ੍ਰਿੰਸੀਪਲ ਜੀ, ਜੇ ਮੈਂ ਪਾਸ ਹੋ ਗਈ ਮੈਨੂੰ ਬੇਸਿਕ ਵਿੱਚ ਤੁਸੀਂ ਦਾਖਲਾ ਕਰਵਾਉਣਾ ਹੈ।
ਤੁਹਾਡੇ ਬਿਨਾ ਮੇਰੇ ਕੋਲ ਕੋਈ ਸਿਫਾਰਿਸ਼ ਨਹੀਂ। ਫੇਲ ਤੈਨੂੰ ਕੌਣ ਕਰ ਦੇਵੇਗਾ, ਇਹ ਤਾਂ ਤੂੰ ਸੋਚ ਹੀ ਨਾ। ਸਚਦੇਵ ਪ੍ਰਿੰਸੀਪਲ ਤੋਂ ਪਹਿਲਾਂ ਹੀ ਬੋਲ ਪਿਆ। ਬਾਕੀ ਰਹਾ ਬੇਸਿਕ ਦਾਖਲੇ ਦਾ, ਪਹਿਲਾਂ ਪ੍ਰਿੰਸੀਪਲ ਜ਼ੋਰ ਲਾ ਲੈਣ, ਜਿਨ੍ਹਾਂ ਤੋਂ ਕੰਮ ਅੜ ਗਿਆ ਇੱਥੇ ਮਿਸ਼ਨ ਸਕੂਲ 'ਚ ਦਾਖਲੇ ਦਾ ਮੇਰਾ ਜ਼ਿੰਮਾ ਰਿਹਾ। ਸਚਦੇਵ ਨੇ ਹਿੱਕ ਥਾਪੜੀ। ਮਿਸ਼ਨ ਸਕੂਲ ਦੇ ਬੱਚਿਆਂ ਨੂੰ ਨਿਤ 2 ਘੰਟੇ ਟਿਊਸ਼ਨ ਪੜਾਉਂਦਾ ਹਾਂ। ਮੈਨੂੰ ਇਹ ਵੀ ਪਤਾ ਹੈ ਜੇ ਮੈਂ ਨਾ ਪੜਾਉਣ ਜਾਵਾਂ ਬੱਚੇ ਹੋਰ ਕਿਸੇ ਕੋਲੋਂ ਪੜ੍ਹਦੇ ਹੀ ਨਹੀਂ। ਪ੍ਰਿੰਸੀਪਲ ਨੇ ਹੱਸਦਿਆਂ ਆਖਿਆ, ਇਸ ਗੱਲੋਂ ਤਾਂ ਗੁਰੂ ਜੀ ਤੁਹਾਨੂੰ ਮੰਨਦੇ ਆ। ਅਗਲੇ ਦੇ ਘਰ ਵੜੇ ਨਹੀਂ ਤੇ ਪਾਟਕ ਪਾਇਆ ਨਹੀਂ। ਤੇਰੇ ਤੇ ਨਾਰਦ ਵਿੱਚ ਕੀ ਫਰਕ ਹੈ? ਸਾਰੇ ਚੁਬਾਰੇ 'ਚ ਹਾਸਾ ਫੈਲ ਗਿਆ। ਸ਼੍ਰੀਮਾਨ ਜੀ, ਖਰੜ ਗਿਆਨ ਦੇ ਮੁਕਾਬਲੇ ਵਿੱਚ ਸਾਇੰਟੀਫਿਕ ਨਜ਼ਰੀਆ ਲੜਦਾ ਏ, ਨਹੀਂ ਤਾਂ ਸਾਨੂੰ ਮਲੰਗਾਂ ਨੂੰ ਸ਼ਾਨਦਾਰ ਕੋਠੀਆਂ 'ਚ ਕੌਣ ਵੜਨ ਦੇਵੇ। ਇਹ ਬਿਲਕੁਲ ਸੱਚ ਸੀ। ਸਚਦੇਵ ਸ਼ਕਲੋਂ ਤੇ ਪਹਿਰਾਵੇ ਵੱਲੋਂ ਚਪੜਾਸੀ ਵੀ ਨਹੀਂ ਸੀ ਲੱਗਦਾ, ਪਰ ਉਸਦੇ ਸੁਲਝੇ ਵਿਚਾਰਾਂ ਤੇ ਕਹਿ ਦੇਣ ਦੀ ਜ਼ਰੂਰਤ ਅੱਗੇ ਸਾਰੇ ਧੌਣਾ ਸੁੱਟ ਲੈਂਦੇ ਸਨ। ਇੱਕ ਪਲ ਰੁਕਣ ਪਿੱਛੋਂ ਮਾਸਟਰ ਫਿਰ ਬੋਲਿਆ, ਪਰ ਕੁੜੀਏ, ਤੈਨੂੰ ਇੱਕ ਵਾਅਦਾ ਕਰਨਾ ਹੋਵੇਗਾ ਕਿ ਤੂੰ ਨਿਰਾ ਆਪਣੇ ਲਈ ਨਹੀਂ ਸਗੋਂ ਲੋਕਾਂ ਲਈ ਵੀ ਜੀਵੇਂਗੀ। ਰੂਪ ਦਾ ਆਪੂ ਵੀ ਇਹ ਮਨ ਬਣ ਚੁੱਕਾ ਸੀ। ਵਾਹਿਗੁਰੂ ਮੈਨੂੰ ਤਾਕਤ ਬਖਸ਼ੇ, ਮੈਂ ਜ਼ਰੂਰ ਲੋਕਾਂ ਦੀ ਸੇਵਾ ਮੁੱਖ ਰੱਖਾਂਗੀ। ਸਰਲਾ ਨੇ ਚਾਹ ਪਾਉਣੀ ਸ਼ੁਰੂ ਕਰ ਦਿੱਤੀ। ਸਚਦੇਵ ਨੇ ਫਿਰ ਆਖਿਆ, ਪੁਰਾਣੇ ਵਿਚਾਰਾਂ ਨੇ ਅੱਗੇ ਕੱਖ ਨਹੀਂ ਸਵਾਰਿਆ ਤੇ ਹੁਣ ਇਹ ਨਿਕੰਮੇ ਹੋ ਗਏ ਹਨ। ਇਸ ਦੇ ਉਲਟ ਇਨਸਾਨ ਦੀ ਤਾਕਤ ਤੇ ਅਕਲ ਨੇ ਮਿਹਨਤ ਬਣ ਕੇ ਇਹ ਸਭ ਦੁਨੀਆ ਉਸਾਰੀ ਹੈ। ਜਿਹੜੇ ਜੇਰਾ ਕਰਕੇ ਅਮਲ ਦੇ ਮੈਦਾਨ ਵਿੱਚ ਕੁੱਦ ਪੈਣਗੇ, ਉਹਨਾਂ ਦੇ ਘੋੜਿਆਂ ਦੀ ਵਾਗ ਕਿਸੇ ਨਹੀਂ ਰੋਕਣੀ। ਸੁਣਨ ਵਾਲਿਆਂ ਦੇ ਰਗਾਂ ਦਾ ਲਹੂ ਗਰਮ ਹੋ ਗਿਆ। ਇੱਕ ਪ੍ਰਿੰਸੀਪਲ ਹੀ ਸੀ ਜਿਸ ਦੇ ਬੰਦੇ ਅਧਿਆਤਮੀ ਵਿਚਾਰਾਂ ਉੱਤੇ ਕੋਈ ਅਸਰ ਨਹੀਂ ਸੀ ਹੋਇਆ। ਮੇਜ਼ ਖਿੱਚ ਕੇ ਵਿਚਕਾਰ ਕਰ ਲਈ। ਮਠਿਆਈ ਇੱਕ ਥਾਲੀ ਵਿੱਚ ਪਲਟ ਦਿੱਤੀ ਗਈ। ਕੁਝ ਗੱਲਾਂ ਨਾਲ ਖਾਣ ਪੀਣ ਵੱਲ ਵੀ ਹੱਥ ਚੱਲਣੇ ਸ਼ੁਰੂ ਹੋ ਗਏ। ਰੂਪ ਮੁੜ ਮੁੜ ਕੇ ਸਰਲਾ ਵੱਲ ਵੇਖਦੀ ਹੱਸ ਰਹੀ ਸੀ, ਪਰ ਅੱਜ ਉਹ ਬਿਲਕੁਲ ਸੁਸਤ ਸੀ। ਉਸ ਦੇ ਅੰਦਰ ਹਰਨੇਕ ਬਾਰੇ ਬਹੁਤ ਕੁਝ ਚੱਲ ਰਿਹਾ ਸੀ ਤੇ ਰੂਪ ਤੋਂ ਵਿਛੜਦੀ ਉਹ ਥੋੜੀ ਰੋ ਵੀ ਰਹੀ ਸੀ। ਜਿੱਥੋਂ ਤੱਕ ਤੁਹਾਡੇ ਵਿਚਾਰਾਂ ਦਾ ਤਾਲੁਕ ਹੈ, ਪ੍ਰਿੰਸੀਪਲ ਨੇ ਗੰਭੀਰ ਹੁੰਦਿਆਂ ਆਖਿਆ, ਬਹੁਤ ਅੱਛੇ ਹਨ, ਪਰ ਇਹਨਾਂ ਨੂੰ ਅਮਲ ਵਿੱਚ ਲਿਆਉਣ ਵੇਲੇ ਤੁਸੀਂ 3 ਕਾਣੇ ਹੋ ਕੇ ਰਹਿ ਜਾਂਦੇ ਹੋ। ਪ੍ਰਿੰਸੀਪਲ ਸਾਹਿਬ, ਗਲਾਸ ਠੱਕ ਮੇਜ਼ ਤੇ ਰੱਖਦਿਆਂ ਸਚਦੇਵ ਬੋਲ ਪਿਆ, ਨਿਰੀ ਵਿਚਾਰ ਦੀ 3 ਕਾਣੇ ਅਹਿਮੀਅਤ ਨਹੀਂ। ਅਮਲ ਹੀ ਅਸਲ ਗਿਆਨ ਹੈ, ਅਮਲ ਹੀ ਸੋਸ਼ਲ ਸੰਬੰਧ ਹੈ ਤੇ ਅਮਲ ਹੀ ਸੱਚਮੁੱਚ ਦੀ ਦੁਨੀਆ ਹੈ। ਬਾਕੀ ਸਭ ਕੁਝ ਸ਼ੇਖ ਚਿੱਲੀਆਂ ਵਾਲੀ ਕਲਪਨਾ ਹੈ। ਸ਼੍ਰੀਮਾਨ ਜੀ, ਤੁਸੀਂ ਇਸ ਬਹਿਸ ਚੋਂ ਕੀ ਲੈਣਾ ਹੈ? ਗੀਤਾ ਪੜਿਆ ਕਰੋ ਅਤੇ ਰਘੁਪਤੀ ਰਾਘਵ ਰਾਜਾ ਰਾਮ ਗਾਇਆ ਕਰੋ। ਐਤਕੀ ਦੀ ਚੋਟ ਪ੍ਰਿੰਸੀਪਲ ਤੇ ਆ ਗਈ ਤੇ ਸਾਰੇ ਹੱਸ ਪਏ। ਚਾਹ ਨਾਲ ਬਹਿਸ ਚੱਲਦੀ ਰਹੀ ਤੇ ਸ਼ੁਗਲ ਵੀ ਹੁੰਦਾ ਰਿਹਾ। ਹੇਠੋਂ ਟਰੱਕ ਦੇ ਹਾਰਨ ਦੀ ਆਵਾਜ਼ ਆਈ। ਸ਼ਾਇਦ ਡਰਾਈਵਰ ਤੰਗ ਪੈ ਗਿਆ ਸੀ। ਮੈਂ ਡਰਾਈਵਰ ਨੂੰ ਚਾਹ ਦਿਆਵਾਂ? ਹਰਨੇਕ ਨੇ ਗਲਾਸ ਚਾਹ ਪਾਉਂਦਿਆਂ ਕਿਹਾ। ਇਹ ਚਾਹ ਮੰਗਣ ਦਾ ਚੰਗਾ ਤਰੀਕਾ ਹੈ। ਸਚਦੇਵ ਦੀ ਇੰਨੀ ਗੱਲ ਨਾਲ ਸਰਲਾ ਦੀ ਚਾਹ ਨਾਸਾਂ ਰਾਹੀਂ ਬਾਹਰ ਆ ਗਈ। ਸ਼ੁਗਲ 15 ਮਿੰਟ ਹੋਰ ਚੱਲਦਾ ਰਿਹਾ। ਸਮਾਨ ਪਹਿਲਾਂ ਹੀ ਸਾਰਾ ਬੰਨਿਆ ਪਿਆ ਸੀ। ਹੱਥੋਂ ਹੱਥੀ ਭਾਂਡੇ ਸਾਫ਼ ਕਰਕੇ ਇੱਕ ਬੋਰੀ 'ਚ ਪਾ ਲਏ। ਨੇਕ ਤੇ ਮਾਸਟਰ ਜੀ ਨੇ ਸਾਰਾ ਸਮਾਨ ਚੁੱਕ ਕੇ ਟਰੱਕ ਵਿੱਚ ਰੱਖ ਦਿੱਤਾ। ਰੂਪ ਸਰਲਾ ਨੂੰ ਜੱਫੀ 'ਚ ਲੈਣ ਲਈ ਥੱਲੇ ਉਤਰੀ। ਨੇਕ ਨੇ ਟਰੱਕ ਦੀ ਬਾਰੀ ਖੋਲ ਦਿੱਤੀ। ਰੂਪ ਨੇ ਪ੍ਰਿੰਸੀਪਲ ਅਤੇ ਮਾਸਟਰ ਜੀ ਨੂੰ ਹੱਥ ਜੋੜਦਿਆਂ ਆਖਿਆ, ਮੇਰੀਆਂ ਭੁੱਲਾਂ ਨੂੰ ਖਿਮਾ ਦੇਣੀ। ਮੈਂ ਜ਼ਿੰਦਗੀ ਭਰ ਤੁਹਾਡਾ ਦੇਣ ਨਹੀਂ ਦੇ ਸਕਾਂਗੀ। ਬੇਟੀ, ਇਹ ਸਾਡਾ ਫਰਜ਼ ਸੀ। ਪ੍ਰਿੰਸੀਪਲ ਨੇ ਮੋਢੇ ਤੇ ਪਿਆਰ ਦਿੰਦਿਆਂ ਰਵਾਜ਼ਨ ਕਿਹਾ। ਕੁੜੀਏ, ਇਹਨਾਂ ਫੋਕੀਆਂ ਗੱਲਾਂ ਦੀ ਕੋਈ ਲੋੜ ਨਹੀਂ, ਮਾਸਟਰ ਨੇ ਵਿਦਾਇਗੀ ਵਜੋਂ ਕਿਹਾ। ਜ਼ਿੰਦਗੀ ਵਿੱਚ ਕੁਝ ਕਰਨ ਦੇ ਮੌਕੇ ਹੀ ਮੌਕੇ ਹਨ। ਜੋ ਅਸਾਂ ਤੇਰੇ ਲਈ ਕੀਤਾ ਹੈ, ਤੂੰ ਕਿਸੇ ਲੋੜਵੰਦ ਲਈ ਕਰ ਸਕਦੀ ਹੈ। ਇਸ ਤਰ੍ਹਾਂ ਲੋਕ ਹਿੱਤਾਂ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ। ਟਰੱਕ ਸਟਾਰਟ ਹੋਇਆ ਵੇਖ ਕੇ ਸਰਲਾ ਨੇ ਅੱਖਾਂ ਭਰ ਲਈਆਂ। ਰੂਪ ਦਾ ਮਨ ਭਰ ਆਇਆ। ਸਚਦੇਵ ਤੋਂ ਫਿਰ ਆਖਣੋਂ ਨਾ ਰਹਿ ਹੋਇਆ, ਨਿੱਕੀਆਂ ਨਿੱਕੀਆਂ ਗੱਲਾਂ ਤੇ ਤੁਸੀਂ ਅੱਖਾਂ ਭਰਦੀਆਂ ਹੋ। ਜ਼ਿੰਦਗੀ ਦੀ ਮਹਾਨ ਜਦੋਜਹਿਦ ਵਿੱਚ ਕੀ ਪੂਰੀਆਂ ਪਾਉਂਗੀਆਂ? ਨਹੀਂ ਮਾਸਟਰ ਜੀ, ਉਹ ਵੀ ਕੀ ਦਿਲ ਹੋਇਆ ਜਿਹੜਾ ਵਿਛੜਦਿਆਂ ਭਰ ਨਾ ਆਵੇ। ਰੂਪ ਨੇ ਇੰਨੀ ਆਖਦਿਆਂ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਟਰੱਕ ਵਿੱਚ ਬਹਿ ਗਈ। ਉਸ ਬਾਰੀ ਤੋਂ ਸਾਰਿਆਂ ਵੱਲ ਹੱਥ ਜੋੜੇ। ਹਰਨੇਕ ਨੇ ਵੀ ਟੁਰਦੇ ਟਰੱਕ ਚੋਂ ਹੱਥ ਹਿਲਾਇਆ। ਸਰਲਾ ਨੇ ਭਾਵੇਂ ਥਾਵੇਂ ਖਲੋਤਿਆਂ ਲੰਮਾ ਹੌਂਕਾ ਲਿਆ। ਮੋੜ ਮੁੜਨ ਤੱਕ ਰੂਪ ਮੂੰਹ ਬਾਹਰ ਕੱਢ ਹੱਥ ਹਿਲਾਉਂਦੀ ਰਹੀ। ਸ਼ਹਿਰੋਂ ਬਾਹਰ ਟਰੱਕ ਚੁੰਗੀ ਤੇ ਆ ਕੇ ਰੁਕ ਗਿਆ। ਜਦ ਰੂਪ ਨੇ ਜੈਬੂ ਨੂੰ ਖੜਾ ਵੇਖਿਆ, ਉਸ ਦਾ ਮੱਥਾ ਠਣਕਿਆ। ਉਸ ਦੀਆਂ ਖੁਸ਼ੀਆਂ ਤੇ ਚਾਅ ਇੱਕਦਮ ਸਲਾਬੇ ਗਏ। ਉਸ ਪਹਿਲੋਂ ਸਮਝਿਆ ਸੀ ਹਰਨੇਕ ਦੀ ਗਲਤੀ ਕਾਰਨ ਇੱਕ
ਬੁਰੇ ਬੰਦੇ ਨਾਲ ਵਾਹ ਪਿਆ ਸੀ ਤੇ ਹਮੇਸ਼ਾ ਲਈ ਖਤਮ ਹੋ ਗਿਆ। ਪਰ ਉਸ ਨੂੰ ਟਰੱਕ ਰੋਕਦਿਆਂ ਵੇਖ ਅੰਦਰੇ ਅੰਦਰ ਤਲਖੀ ਨਾਲ ਭਰ ਗਈ। ਚੇਤੂ, ਤੂੰ ਅੱਜ ਛੁੱਟੀ ਮਨਾ ਲੈ, ਟਰੱਕ ਮੈਂ ਲੈ ਜਾਵਾਂਗਾ। ਜੇਬੂ ਨੇ ਆਪਣੇ ਡਰਾਈਵਰ ਨੂੰ ਥੱਲੇ ਲੈ ਆਉਣ ਦੀ ਨੀਅਤ ਨਾਲ ਆਖਿਆ। ਚੰਗਾ ਜੀ। ਟਰੱਕ ਨੂੰ ਸਟਾਰਟ ਛੱਡ ਕੇ ਡਰਾਈਵਰ ਥੱਲੇ ਉਤਰ ਗਿਆ। ਜੇਬੂ ਨਾਲ ਖਲੋਤਾ ਕਲੀਨਰ ਝੱਟ ਪਿੱਛੋਂ ਦੀ ਚੜ ਕੇ ਹਰਨੇਕ ਕੋਲ ਆ ਬੈਠਾ। ਜੇਬੂ ਬਹੁਤ ਸੀ ਖੁਸ਼ ਸੀ ਅਤੇ ਧੋਬੀ ਧੋਤੇ ਚਾਦਰਾ ਕਮੀਜ਼ ਪਾਈ ਰੂਪ ਦੇ ਬਰਾਬਰ ਆ ਬੈਠਾ। ਔਲੇ ਦੀ ਸੁਗੰਧੀ ਉਸਦੀ ਕਰੜ ਬਰੜੀ ਦਾੜੀ ਚੋਂ ਭੁੱਕੇ ਵਾਂਗ ਉੱਠ ਰਹੀ ਸੀ। ਰੂਪ ਨੇ ਨੱਕ ਚੜਾਉਂਦਿਆਂ ਆਖਿਆ, ਨੇਕ ਤੂੰ ਅੱਗੇ ਆ ਜਾ। ਨਹੀਂ, ਤੁਸੀਂ ਔਖੇ ਹੋਵੋਗੇ। ਜੇਬੂ ਨੇ ਨੇਕ ਤੋਂ ਪਹਿਲਾਂ ਹੀ ਕਹਿ ਦਿੱਤਾ ਤੇ ਟਰੱਕ ਤੋਰ ਲਿਆ। ਚਲੋ ਬੈਠੇ ਰਹੋ ਬੀਬੀ ਜੀ, ਨੇਕ ਨੇ ਪਿਛਲੀ ਮੋਰੀ ਰਾਹ ਕਹਿ ਦਿੱਤਾ। ਉਂਝ ਉਹ ਸਮਝਦਾ ਸੀ ਕਿ ਜੇਬੂ ਮੇਰੇ ਨਾਲ ਗਲਤ ਕਰ ਗਿਆ ਹੈ, ਜਿਸ ਡਰਾਈਵਰ ਦਾ ਲਾਰਾ ਦੇ ਕੇ ਹੁਣ ਉਹ ਆਪ ਸਟੀਅਰਿੰਗ ਸੰਭਾਲ ਲਿਆ ਹੈ। ਹਰਨੇਕ ਨੂੰ ਦੱਸਿਆ ਗਿਆ ਸੀ ਕਿ ਚੇਤੂ ਨੇ ਖਾਲੀ ਟਰੱਕ ਲੈ ਕੇ ਫਿਰੋਜ਼ਪੁਰ ਨੂੰ ਜਾਣਾ ਹੈ। ਰੂਪ ਲਈ ਮਨ ਮਾਰੇ ਬਿਨਾ ਕੋਈ ਚਾਰਾ ਨਾ ਰਿਹਾ। ਉਹ ਅਜੈਬ ਸਿੰਘ ਤੋਂ ਵਿੱਤ ਕਰਕੇ ਬਾਰੀ ਨਾਲ ਲੱਗ ਕੇ ਬਹਿ ਗਈ। ਜੇਬੂ ਦੀ ਖਾਹਿਸ਼ ਸੀ ਉਹ ਨਾਲ ਲੱਗ ਕੇ ਬੈਠਦੀ। ਅੱਜ ਦੇ ਮੌਕੇ ਲਈ ਉਸ ਪੂਰੀ ਤਿਆਰੀ ਖਿੱਚੀ ਸੀ। ਦਾੜੀ ਵਿੱਚ ਕੈਂਚੀ ਫੇਰੀ ਸੀ, ਪੱਗ ਨੂੰ ਲਾਜਵਰ ਨਾਲ ਸਜਾਇਆ ਸੀ ਤੇ ਹੇਠ ਉਤਲੇ ਦੋਵਾਂ ਸ਼ਮਲਿਆਂ ਤੇ ਮੁੱਛਾਂ ਵਿੱਚ ਪਾਏ ਜ਼ਬਰਦਸਤੀ ਮੋੜਾਂ ਨੇ ਉਸ ਨੂੰ ਗੱਭਰੂ ਨਹੀਂ ਤਾਂ ਸ਼ਕੀਨ ਜ਼ਰੂਰ ਬਣਾ ਦਿੱਤਾ ਸੀ। ਉਹ ਸੋਚ ਰਿਹਾ ਸੀ, ਐਨੇ ਪੈਸੇ ਖਵਾਉਣ ਪਿੱਛੋਂ ਵੀ ਰੂਪ ਅੱਖ ਨਹੀਂ ਬੁਲਾਉਂਦੀ, ਆਖਰ ਗੱਲ ਕੀ ਹੈ? ਗੱਲ ਉਸ ਦੀ ਸਮਝ ਬਿਲਕੁਲ ਨਾ ਆਈ ਤੇ ਹੁਣ ਉਸ ਦੀਆਂ ਆਸਾਂ ਉੱਤੇ ਹਮੇਸ਼ਾ ਲਈ ਪਾਣੀ ਫਿਰਦਾ ਨਜ਼ਰ ਆ ਰਿਹਾ ਸੀ। ਪਰ ਉਸ ਮਨ ਬਣਾ ਲਿਆ ਹਰਨੇਕ ਤੋਂ ਉਸਦੇ ਘਰਦਿਆਂ ਤੱਕ ਸਬੰਧ ਵਧਾ ਲੈਣੇ ਹਨ। ਉਹ ਜੇ ਰੂਪ ਨੂੰ ਵੇਖ ਕੇ ਮੋਇਆ ਨਹੀਂ ਸੀ ਤਦ ਫੱਟੜ ਜ਼ਰੂਰ ਹੋ ਗਿਆ ਸੀ। ਜਿਹੜਾ ਟਰੱਕ 60 ਮੀਲ ਫੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦਾ ਸੀ, ਜੇਬੂ ਨੇ 20 ਮੀਲ ਤੋਂ ਵੱਧ ਨਹੀਂ ਭਜਾਇਆ ਸੀ। ਉਹ ਰੂਪ ਦਾ ਵੱਧ ਤੋਂ ਵੱਧ ਸਾਥ ਮੰਨਣਾ ਚਾਹੁੰਦਾ ਸੀ। ਪਹਿਲੋਂ ਉਸ ਲੰਮੇ ਹੌਕੇ ਲਏ ਤੇ ਬਾਰ-ਬਾਰ ਰੂਪ ਵੱਲ ਮੂੰਹ ਪਵਾਉਂਦਾ ਰਿਹਾ। ਭਾਵੇਂ ਚੱਲ ਰਹੇ ਇੰਜਨ ਦਾ ਕਿੰਨਾ ਵੀ ਸ਼ੋਰ ਸੀ ਤੇ ਰੂਪ ਬਾਰੀ ਵਿੱਚ ਦੀ ਪਾਸੇ ਹੀ ਦੇਖ ਰਹੀ ਸੀ, ਪਰ ਉਹ ਭਰੀ ਪੀਤੀ ਜੇਬੂ ਦੀਆਂ ਆਪਾ ਤੋੜਦੀਆਂ ਹਰਕਤਾਂ ਜ਼ਰੂਰ ਭਾਂਪ ਰਹੀ ਸੀ। ਦਰਖਤ ਤੇ ਖੇਤ ਪਿਛਾਂਹ ਨੱਠੀ ਜਾ ਰਹੇ ਸਨ। ਨੇਕ ਬਾਰੇ ਉਸਦਾ ਗੁੱਸਾ ਇੰਤਹਾ ਨੂੰ ਪਹੁੰਚ ਚੁੱਕਾ ਸੀ। ਉਹ ਚਾਹੁੰਦੀ ਸੀ ਸੋਟੀ ਫੜ ਕੇ ਬੇਦਰਦਾ ਵਾਂਗ ਉਸਦੀ ਹੱਡੀ ਤੋੜ ਸੁੱਟੇ। ਹਰਨੇਕ ਆਪਣੀ ਥਾਂ ਔਖਾ ਤੇ ਡਰਿਆ ਬੈਠਾ ਸੀ। ਉਹ ਕਾਲਾ ਚੋਰ ਸੀ ਤੇ ਹੁਣ ਉਹ ਪਾੜ ਵਿੱਚ ਫੜੇ ਜਾਣ ਦੇ ਡਰੋਂ ਧੁਲਤੜੀਆਂ ਵੀ ਲੈਂਦਾ ਸੀ। ਜੇ ਉਸ ਨੂੰ ਪਤਾ ਹੁੰਦਾ ਗੱਡੀ ਜੇਬੂ ਨੂੰ ਲੈ ਕੇ ਜਾਣੀ ਹੈ, ਉਹ ਰੂਪ ਨੂੰ ਲੈ ਕੇ ਕਦੇ ਨਾ ਆਉਂਦਾ। ਹੁਣ ਉਹ ਵੱਡੀ ਦੇ ਦਿਲ ਨਾਲ ਸੋਚ ਰਿਹਾ ਸੀ, ਜੇਬੂ ਲਏ ਰੁਪਈਆਂ ਬਾਰੇ ਰੂਪ ਨੂੰ ਜ਼ਰੂਰ ਪੁੱਛੇਗਾ। ਜਦ ਉਸ ਨੂੰ ਪਤਾ ਲੱਗਾ ਰੂਪ ਨੇ ਤਾਂ ਇੱਕ ਪੈਸਾ ਵੀ ਨਹੀਂ ਮੰਗਿਆ, ਤਦ ਕੀ ਬਣੇਗਾ? ਉਸ ਨੂੰ ਪਤਾ ਸੀ ਕਿ ਸ਼ਰਾਬ ਪੀ ਕੇ ਜੇਬੂ ਫਾਂਟਦਾ ਵੀ ਬੁਰੀ ਤਰ੍ਹਾਂ ਹੈ। ਇਸੇ ਰੋਹ ਵਿੱਚ ਉਹ ਜੇਬੂ ਨੂੰ ਕੋਈ ਮੋੜ ਨਹੀਂ ਦੇ ਸਕਿਆ ਸੀ। ਉਸ ਦੇ ਲਾਗੇ ਬੈਠੇ ਕਲੀਨਰ ਨੇ ਉਸ ਨੂੰ ਛੱਕੀ ਨਜ਼ਰਾਂ ਨਾਲ ਤਾੜਿਆ, ਜਿਵੇਂ ਨੇਕ ਵਿੱਚ ਦੀ ਰੂਪ ਨੂੰ ਵੇਖ ਰਿਹਾ ਸੀ। ਜਦ ਜੇਬੂ ਦੀ ਆਸ ਮੁਤਾਬਕ ਰੂਪ ਨੇ ਇੱਕ ਵਾਰ ਵੀ ਨਜ਼ਰ ਸਾਂਝੀ ਨਾ ਕੀਤੀ, ਤਦ ਉਸ ਕੋਈ ਗੱਲ ਛੇੜਨੀ ਚਾਹੀ। ਮੈਂ ਦਿਲ ਦੀ ਗੱਲ ਕਿਵੇਂ ਕਰਾਂ? ਹਰਾਮ ਦਾ ਨੇਕਾ ਵੀ ਬਾਰੀ ਨਾਲ ਕੰਨ ਲਈ ਬੈਠਾ ਹੈ। ਸਫ਼ਰ ਵੀ ਮੁੱਕਦਾ ਜਾ ਰਿਹਾ ਹੈ। ਫਿਰ ਉਸ ਨੂੰ ਕੁਝ ਯਾਦ ਆ ਗਿਆ। ਰੂਪ, ਪਰਚੇ ਚੰਗੇ ਹੋ ਗਏ? ਪਿਛਲੇ 15 ਮਿੰਟ ਕੋਈ ਗੱਲ ਨਹੀਂ ਹੋਈ ਸੀ। ਰੂਪ ਨੇ ਸਮਝ ਲਿਆ ਸੀ ਸ਼ਾਇਦ ਘੰਟਾ ਡੇਢ ਘੰਟਾ ਇਸੇ ਤਰ੍ਹਾਂ ਹੀ ਬੀਤ ਜਾਵੇ, ਪਰ ਹੁਣ ਜਵਾਬ ਦਿੱਤੇ ਬਿਨਾਂ ਗੁਜ਼ਾਰਾ ਨਹੀਂ ਸੀ। ਚੰਗੇ ਹੋ ਗਏ ਚਾਚਾ? ਰੂਪ ਨੇ ਜਾਣ ਕੇ ਉਸਦੇ ਦਿਲ ਤੇ ਸੱਟ ਮਾਰਨ ਲਈ ਚਾਚਾ ਸ਼ਬਦ ਵਰਤਿਆ। ਉਹ ਚਾਹੁੰਦੀ ਸੀ ਬੰਸੋ ਵਰਗੀ ਧੀ ਆਖਣ ਵਾਲੇ ਨੂੰ ਕੁਝ ਸ਼ਰਮ ਤਾਂ ਆਵੇ। ਸਾਡਾ ਲਾਹੌਰਾ ਦਾ ਪਾਸ ਹੁੰਦਾ ਨਹੀਂ ਦਿੰਦਾ। ਰੂਪ ਨੇ ਜਾਣ ਕੇ ਕੋਈ ਜਵਾਬ ਨਾ ਦਿੱਤਾ ਤੇ ਖੁੰਝੇ ਸਿਰ ਸੁੱਟ ਕੇ ਅੱਖਾਂ ਮੀਟ ਲਈਆਂ। ਭਾਵੇਂ ਉਸ ਨੂੰ ਨੀਂਦ ਨਹੀਂ ਆ ਰਹੀ ਸੀ, ਪਰ ਭੈੜੀਆਂ ਨਜ਼ਰਾਂ ਤੋਂ ਛੁਟਕਾਰੇ ਦਾ ਰਾਹ ਵੀ ਕੋਈ ਨਹੀਂ ਸੀ। ਉਸ ਦੀ ਧੜਕਣ ਨੇ ਅੱਕ ਕੇ ਇੱਕ ਰਵਾਨੀ ਫੜ ਲਈ ਸੀ, ਜਿਵੇਂ ਇਹ ਵਕਤ ਅੱਖਾਂ ਮੀਟੇ ਬਿਨਾ ਨਹੀਂ ਕੱਟਿਆ ਜਾਵੇਗਾ। ਅਗਾਂਹ ਪੜਨ ਦੀ ਕੀ ਸਲਾਹ ਹੈ? ਜੇਬੂ ਫਿਰ ਪੁੱਛ ਗਿਆ। ਮੀਟੀਆਂ ਅੱਖਾਂ ਨੇ ਸੁਣਿਆ ਵੀ ਅਣਸੁਣਿਆ ਕਰ ਦਿੱਤਾ। ਜੇਬੂ ਹੈਰਾਨੀ ਨਾਲ ਔਖਾ ਵੀ ਹੋ ਰਿਹਾ ਸੀ ਕਿ ਗੱਲਾਂ ਕਰਨ ਨੂੰ ਵੀ ਭੋਗ ਪੈਂਦਾ ਜਾ ਰਿਹਾ ਹੈ। ਜਿਹੜੀ ਰੂਪ ਪ੍ਰੀਖਿਆ ਪਿੱਛੋਂ ਬੱਚਿਆਂ ਲਈ ਦੀਵਾਨੀ ਹੋ ਗਈ ਸੀ, ਜੇਬੂ ਦੀ ਹਾਜ਼ਰੀ ਵਿੱਚ ਉਹਨਾਂ ਦਾ ਚੇਤਾ ਭੁੱਲਿਆ ਜਾ ਰਿਹਾ ਸੀ। ਹੁਣ ਇਸ ਦੀ ਇਹੋ ਸੋਚ ਸੀ ਕਿ ਇਸ ਜਮਦੂਤ ਤੋਂ ਕਦੋਂ ਖੜਾ ਛੁੱਟੇ। ਇੱਕ ਵਾਰ ਟਰੱਕ ਬ੍ਰੇਕਾਂ ਖਾ ਗਿਆ ਤੇ ਰੂਪ ਅੱਗੇ ਡਿੱਗਦੀ ਮਸਾਂ ਬਚੀ।
रूप दी बनौटी ऊंग टुट गई। जेबू नरमे दा गड्ढा कटदा मिन्ना जिहा मुस्कुरा गया। वो जान के ट्रक तेज करके ब्रेकां मारियां सन। फिर उस बारी राह मूंह कढ़ के गड्ढे वाले नूं गंदी गाल दे मारी। रूप ने संभल के मुड़ सौण दा बहाना कर लिया। रूप गड्डी विच सौईदा नहीं। जेबू ने रूप नूं एक होर झटका दिता। अच्छा, आख रूप ने बाहर वेखना शुरू कर दिता। कणकां पीलियां पै चुकियां सन। जट किसान सरवां वड्ढी जा रहे सन। उस एक पल सोचिया, जे मेरा केसर भी वाही करदा हुंदा, मैं रोटी लैके आउंदी, उस नाल काम करवाउंदी, किन्नी प्यारी जिंदगी होनी सी। ਅਸੀਂ ਅੱਧੀ ਖਾ ਕੇ ਗੁਜ਼ਾਰਾ ਕਰ ਲੈਂਦੇ, ਪਰ ਵਿਛੋੜਾ ਤਾਂ ਨਾ ਖੁਆਰ ਕਰਦਾ। ਹੁਣ ਬੱਚਿਆਂ ਦਾ ਮੂੰਹ ਵੇਖਣ ਨੂੰ ਵੀ ਤਰਸ ਰਹੇ ਹਾਂ। ਬੱਚਿਆਂ ਦੇ ਖਿਆਲ ਨਾਲ ਉਸ ਦਾ ਚਿਹਰਾ ਰੌਣਕੀਲਾ ਹੋ ਗਿਆ। ਪਰ ਜਦ ਉਸ ਹਾਰਨ ਦੀ ਆਵਾਜ਼ ਸੁਣੀ, ਉਸ ਨੂੰ ਆਪਾ ਅਜ਼ਰਾਈਲ ਦੇ ਕਬਜ਼ੇ ਵਿੱਚ ਚਾਪਿਆ। ਪਰ ਉਸ ਦਾ ਹੌਸਲਾ ਹਰ ਮੀਲ ਪੱਥਰ ਪਿੱਛੋਂ ਨਰੋਆ ਹੁੰਦਾ ਜਾ ਰਿਹਾ ਸੀ ਕਿ ਦੋਜ਼ਖ ਦੀ ਮਿਆਦ ਖਤਮ ਹੋਣ ਵਿੱਚ ਬਹੁਤੇ ਮਿੰਟ ਬਾਕੀ ਨਹੀਂ। ਸਫ਼ਰ ਮੁੱਕਦਿਆਂ ਵੇਖ ਜੇਬੂ ਦੇ ਮਨ ਵਿੱਚ ਆਈ, ਮੈਂ ਕੋਈ ਗੱਲ ਵੀ ਨਾ ਕਰ ਸਕਿਆ ਤੇ ਰੂਪ ਨਾਲ ਪਾਸਾ ਜੋੜ ਕੇ ਭਟਕਦੀ ਰੂਹ ਨੂੰ ਇੱਕ ਪਲ ਸ਼ਾਂਤੀ ਵੀ ਨਾ ਮਿਲੀ। ਫਿਰ ਜੇ ਮੈਂ ਐਕਸੀਡੈਂਟ ਕਰ ਦੇਵਾਂ, ਖਬਰੇ ਅਸੀਂ ਫੱਟੜ ਹੋ ਕੇ ਇੱਕ ਦੂਜੇ ਨਾਲ ਛੋ ਜਾਈਏ ਜਾਂ ਮਰਦੇ ਹੋਏ ਇੱਕ ਦੂਜੇ ਦੀਆਂ ਬਾਹਾਂ 'ਚ ਸਾਹ ਤੋੜ ਦਈਏ। ਉਸ ਦੀ ਛੋਹ ਭੁੱਖ ਸੋਚ ਦੀ ਇੰਤਹਾ ਕਰ ਗਈ। ਸੋਚ ਭਾਵੇਂ ਉਹ ਜ਼ਮੀਨ ਅਸਮਾਨ ਗਿਆ ਸੀ, ਪਰ ਰੂਪ ਦੇ ਸਾਊ ਚਿਹਰੇ ਅੱਗੇ ਐਸੀ ਵੈਸੀ ਆਖਣ ਦੀ ਉਸ ਨੂੰ ਜੁਰਤ ਨਾ ਪਈ। ਅਖੀਰ ਨੂਰਪੁਰ ਪਿੰਡ ਦਾ ਮੋੜ ਆ ਗਿਆ। ਬ੍ਰੇਕਾਂ ਲੱਗੇ ਟਰੱਕ ਵਾਂਗ ਉਸ ਨੂੰ ਆਪਣਾ ਦਿਲ ਖਲੋ ਗਿਆ ਜਾਪਿਆ। ਰੂਪ ਝੱਟ ਹੀ ਛਾਲ ਮਾਰ ਕੇ ਉੱਤਰ ਪਈ। ਕਲੀਨਰ ਤੇ ਹਰਨੇਕ ਨੇ ਸਮਾਨ ਲਾਉਣਾ ਸ਼ੁਰੂ ਕਰ ਦਿੱਤਾ। ਰੂਪ ਨੂੰ ਲੈਣ ਵਾਸਤੇ ਪਿੰਡੋਂ ਗੱਡਾ ਆਇਆ ਹੋਇਆ ਸੀ। ਅੱਛਾ ਚਾਚਾ ਜੀ, ਤੁਹਾਨੂੰ ਬੜੀ ਤਕਲੀਫ ਦਿੱਤੀ, ਰੂਪ ਨੇ ਇੱਕ ਤਰ੍ਹਾਂ ਮਨ ਮਾਰ ਕੇ ਧੰਨਵਾਦ ਵਜੋਂ ਆਖ ਦਿੱਤਾ। ਨਹੀਂ, ਤਕਲੀਫ ਕਾਹਦੀ ਏ, ਅਸੀਂ ਖਾਲੀ ਜਾਣਾ ਸੀ। ਜੇਬੂ ਰੂਪ ਕੋਲੋਂ ਹਿੱਲਣਾ ਨਹੀਂ ਚਾਹੁੰਦਾ ਸੀ। ਰੂਪ, ਜਦੋਂ ਕਦੇ ਲੋੜ ਪਵੇ ਮੈਂ ਹਾਜ਼ਰ ਹਾਂ। ਜੇਬੂ ਨੇ ਹਿੱਕ ਨਾਲ ਹਿੱਕ ਵੱਲ ਹੱਥ ਵਧਾਇਆ। ਇਹ ਗੱਲ ਸੁਣਦਿਆਂ ਹੀ ਹਰਨੇਕ ਦੀ ਜਾਨ ਸੁੱਕਣ ਲੱਗ ਪਈ ਕਿ ਬਸ ਭਾਂਡਾ ਭੱਜਣ ਦਾ ਸਮਾਂ ਆ ਗਿਆ ਹੈ। ਪਰ ਰੂਪ ਦੇ ਰਿਵਾਜਨ ਮਿਹਰਬਾਨੀ ਆ ਕੇ ਗੱਲ ਥਾਂ ਹੀ ਮੁਕਾ ਦਿੱਤੀ। ਸਾਰਾ ਸਮਾਨ ਗੱਡੇ 'ਚ ਰੱਖਣ ਪਿੱਛੋਂ ਨੇਕ ਨੇ ਆਪਣੇ ਚਾਚੇ ਨੂੰ ਆਖਿਆ, ਚਾਚਾ ਮੈਂ ਤੈਨੂੰ ਅੱਗੇ ਹੀ ਆਖਿਆ ਸੀ, ਮੈਨੂੰ ਕਿਸੇ ਬੱਸ ਕੰਪਨੀ 'ਚ ਚੈੱਕਰ ਲਵਾ ਦੇ। ਭਤੀਜਾ, ਜਿਹੜੀ ਕੰਪਨੀ 'ਚ ਆਖੇ, ਖਰਚ ਵੱਲਾਂ ਥੋੜਾ ਤੰਗ ਰਹੀਦਾ ਏ, ਤੜਿਆ ਨਹੀਂ ਜਾਂਦਾ। ਹੁਣ ਕਲੀਨਰ ਮਨ 'ਚ ਕਹਿ ਗਿਆ, ਤੈਨੂੰ ਖਰਚ ਦਾ ਕੀ ਘਾਟਾ ਹੈ। ਫਿਰ ਉਸ ਰੂਪ ਤੇ ਨਜ਼ਰ ਜਾ ਟਿਕਾਈ। ਰੂਪ ਗੱਡੇ ਉੱਤੇ ਬਹਿ ਗਈ। ਗੱਡੇ ਵਾਲੇ ਨੇ ਬਲਦਾਂ ਨੂੰ ਟਚਕਾਰੀ ਮਾਰ ਕੇ ਹੱਕ ਦਿੱਤਾ। ਹਰਨੇਕ ਜੇਬੂ ਨਾਲ ਦੋ ਚਾਰ ਗੱਲਾਂ ਕਰਕੇ ਗੱਡੇ ਦੇ ਪਿੱਛੇ ਭੱਜ ਪਿਆ। ਜੇਬੂ ਧੋਬੀ ਧੋਤੇ ਕੱਪੜਿਆਂ ਵਿੱਚ ਸੜਕ ਕਿਨਾਰੇ ਮੀਲ ਪੱਥਰ ਵਾਂਗ ਗੱਡਿਆ ਖਲੋਤਾ ਸੀ। ਇੱਥੋਂ ਤੱਕ ਕਿ ਹੌਲੀ ਹੌਲੀ ਤੁਰਦਾ ਗੱਡਾ ਸਰਾਂ ਦੀ ਆੜ ਵਿੱਚ ਆ ਕੇ ਅਲੋਪ ਹੋ ਗਿਆ। ਪਾਠੀ ਦੀ ਹਾਜ਼ਰੀ ਵਿੱਚ ਹੀ ਰੂਪ ਹਰਨੇਕ ਦੇ ਗਲ ਪੈ ਗਈ ਹੈ। ਤੈਨੂੰ ਇਹਦਾ ਟਰੱਕ ਲਿਆਉਣ ਨੂੰ ਕਿਹਨੇ ਆਖਿਆ ਸੀ? ਨੇਕ ਨੂੰ ਕੋਈ ਖਾਸ ਜਵਾਬ ਨਾ ਬੋੜਿਆ। ਚੋਰੀ ਦਾ ਸੰਸਾ ਮੁੱਕ ਜਾਣ ਪਿੱਛੋਂ ਉਸ ਸਰਲਾ ਨੂੰ ਯਾਦ ਕਰਕੇ ਮਨ ਦੀ ਤਸੱਲੀ ਸ਼ੁਰੂ ਕਰ ਦਿੱਤੀ ਸੀ ਕਿ ਨਵੀਂ ਬਿੱਜ ਆ ਪਈ। ਕਿਉਂ? ਆਖ ਕੇ ਉਹ ਅਵਾਕ ਹੋ ਗਿਆ। ਇਹ 10 ਨੰਬਰ ਦਾ ਬਦਮਾਸ਼ ਏ, ਤੂੰ ਇਹਦੇ ਨਾਲ ਫਿਰ ਕੇ 20 ਨੰਬਰ ਦਾ ਬਣੇਗਾ। ਆਹੋ, ਬਣੂਗਾ ਨਾਲੇ ਤੇਰੇ ਆਖੇ, ਉਸ ਬੇਪਰਵਾਹੀ ਨਾਲ ਜਵਾਬ ਦੇ ਮਾਰਿਆ। ਤੂੰ ਘਰ ਚੱਲ ਬਾਪੂ ਕੋਲ, ਜਿਹੜਾ ਤੂੰ ਵਿਗੜਿਆ ਏ, ਰੂਪ ਨੇ ਇੱਕ ਤਰ੍ਹਾਂ ਧਮਕੀ ਦਿੱਤੀ। ਪਹਿਲੀ ਉਮਰ ਵਿੱਚ ਹੀ ਵਿਗੜ ਚੁੱਕੇ ਇਕਲੌਤੇ ਮੁੰਡੇ ਨੂੰ ਬੁੱਢਾ ਹੋ ਰਿਹਾ ਬਾਪ ਕੀ ਸਵਾਰ ਸਕਦਾ ਸੀ। ਨੇਕ 2 ਸਾਲ ਤੋਂ ਅਵਾਰਾ ਰਹਿ ਕੇ ਇੰਨਾ ਬੇਮਹਾਰ ਹੋ ਗਿਆ ਸੀ ਕਿ ਹੁਣ ਕਿਸੇ ਦੀ ਵੀ ਕੱਖ ਪਰਵਾਹ ਨਹੀਂ ਸੀ ਕਰਦਾ। ਸੰਗਤਰਿਆਂ ਦੀ ਟੋਕਰੀ ਵੇਖ ਕੇ ਰੂਪ ਨੂੰ ਬੱਚੇ ਯਾਦ ਆ ਗਏ। ਉਹ ਅੱਖਾਂ ਮੀਟ ਕੇ ਮੁਸਕਰਾਈ, ਜਿਵੇਂ ਬੱਚਿਆਂ ਨੇ ਰੌਲਾ ਪਾਉਂਦਿਆਂ ਉਸ ਦਾ ਅੰਗ ਖਿੱਚ ਸੁੱਟਿਆ। ਇਹ ਸੀ ਰੂਪਧਾਰਾ ਨਾਵਲ ਦਾ 6ਵਾਂ ਕਾਂਡ। ਰੂਪਧਾਰਾ, ਜਿਸ ਦੇ ਨਾਵਲਕਾਰ ਨੇ ਜਸਵੰਤ ਸਿੰਘ ਕੰਵਲ।